ਓਮ ਸ਼ਾਂਤੀ। ਅੱਜ 30/4/2023 ਦੀ ਬਾਣੀ ਹੈ। अव्यक्त बाप दादा ਦਾ रिवाइज कोर्स की तारीख 17/11/1994। आज बाप दादा ने टाइटल दिया, हर गुण ज शक्ति ਦੇ ਅਨੁਭਵਾਂ ਵਿੱਚ ਖੋ ਜਾਣਾ ਮਤਲਬ ਖੁਸ਼ ਨਸੀਬ ਬਣਨਾ। ਹਰ ਗੁਣ ਜਾਂ ਸ਼ਕਤੀ ਦੇ ਅਨੁਭਵਾਂ ਵਿੱਚ ਖੋ ਜਾਣਾ मतलब खुश नसीब बनना। आज बाप दादा आखदे ने, आज प्यार दे सागर बाप दादा अपने प्यार स्वरूप बच्चों नाल मिलन मना रहे है। बाप दा भी प्यार बच्चों नाल अति है अते बच्चों दा भी प्यार बाप नाल अति है। ये प्यार दी डोर बच्चों नूं भी खिच के लियाउंदी है अते बाप नूं भी खिच के लियाउंदी है। बच्चे जानते हैं कि ये परमात्म प्यार किन्ना सुखदाई है। जेकर एक सैकंड भी प्यार विच खो जाते हो तां अनेक दुख भुल जाते हैं। सुख दे झूले विच झूलण लगते हो। अजिहा अनुभव है ना। बाप दादा वेख रहे है कि दुनिया के हिसाब नाल आत्मावां किन्नियां सधारण है लेकिन भाग किन्ना श्रेष्ठ है। जो सारे कल्प विच भावें कोई धर्मात्मा होवे, महान आत्मा होवे, लेकिन अजिहा श्रेष्ठ भाग ना तो किसी नूं प्राप्त है ना हो सकता है। अते अति सधारण अते अति श्रेष्ठ भागवान है। बाप दादा नूं सधारण आत्मा ही पसंद है। क्यों? बाप खुद भी सधारण तन विच आउंदे है। किसी राज दे तन विच जा राणी दे तन विच नहीं आउंदे। कोई धर्म आत्मा महात्मा दे तन विच नहीं आउंदे। सधारण तन विच खुद भी आउंदे है अते बच्चे भी सधारण ही आउंदे है। अज दा करोड़पति भी सधारण है। सधारण बच्चियां विच भावना है अते बाप नूं भावना चाहिदी है। दे भान वाले नहीं चाहिए। जिन्ना वड्डा होवेगा उन्नी भावना नहीं होवेगी लेकिन भान होवेगा। तां बाप नूं भावना दा फल देना है ਅਤੇ ਭਾਵਨਾ ਸਧਾਰਨ ਆਤਮਾ ਵਿੱਚ ਹੁੰਦੀਆਂ ਹੈ। ਨਾਮੀ ਗ੍ਰਾਮੀ ਆਤਮਾ ਦੇ ਕੋਲ ਨਾ ਭਾਵਨਾ ਹੈ ਨਾ ਸਮੇਂ ਹੈ। ਤਾਂ ਬਾਪ ਵੇਖ ਰਹੇ ਹੈ ਕਿੰਨੇ ਸਧਾਰਨ ਅਤੇ ਕਿੰਨੇ ਸ੍ਰੇਸ਼ਟ ਭਾਵਨਾ ਦਾ ਫਲ ਪ੍ਰਾਪਤ ਕਰ ਰਹੇ ਹੈ। ਇਸ ਲਈ ਡਰਾਮਾ ਅਨੁਸਾਰ ਸੰਗਮ ਯੁੱਗ ਵਿੱਚ ਸਧਾਰਨ ਬਣੇ ਇਹ ਵੀ ਭਾਗ ਦੀ ਨਿਸ਼ਾਨੀ ਹੈ। ਕਿਉਂਕਿ ਸੰਗਮ ਤੇ ਹੀ ਭਾਗਯ ਵਿਦਾਤਾ ਭਾਗ ਦੀ ਸ੍ਰੇਸ਼ਟ ਲਕੀਰ ਖਿੱਚ ਰਹੇ ਹੈ ਅਤੇ ਨਾਲ ਨਾਲ ਭਾਗ ਦੀ ਲਕੀਰ ਖਿੱਚਣ ਦਾ ਕਲਮ ਵੀ ਬੱਚਿਆਂ ਨੂੰ ਦੇ ਦਿੱਤਾ ਹੈ। ਕਲਮ ਮਿਲੀ ਹੈ ਨਾ। ਭਾਗ ਦੀ ਲਕੀਰ ਖਿੱਚਣਾ ਆਉਂਦਾ ਹੈ। ਕਿੰਨੀ ਲੰਬੀ ਲਕੀਰ ਖਿੱਚੀ ਹੈ। ਛੋਟੀ ਮੋਟੀ ਤੇ ਨਹੀਂ ਖਿੱਚ ਲਈ। ਜਿੰਨਾ ਚਾਹੋ ਉਨਾ ਭਾਗ ਬਣਾ ਸਕਦੇ ਹੋ। ਖੁੱਲੀ ਛੁੱਟੀ ਹੈ ਅਤੇ ਸਭ ਨੂੰ ਛੁੱਟੀ ਹੈ। ਭਾਵੇਂ ਨਵੇਂ ਹੋ ਭਾਵੇਂ ਪੁਰਾਣੇ ਹੋ। ਸਪਤਾਹ ਕੋਰਸ ਕੀਤਾ, ਬਾਪ ਨੂੰ ਪਹਿਚਾਣਿਆ ਅਤੇ ਬਾਪ ਭਾਗ ਦੀ ਕਲਮ ਦੇ ਦਿੰਦੇ ਹੈ। यही परमात्म प्यार है। प्यार की निशानी की हुंदी है? जो जीवन विच चाहुंदे है वो जेकर कोई किसी नूं दिंदा है तां ओही प्यार की निशानी है। तां बाप दे प्यार की निशानी है। जो जीवन विच चाहीदा है वो सर्व कामनावां पूर्ण कर दिंदा है। सुख शांति दा तां चाहीदी है ना। जेकर कोई चीज़ एक दूजे नूं दिंदे है ਤਾਂ ਉਸ ਨਾਲ ਸੁੱਖ ਮਿਲਦਾ ਹੈ ਨਾ। ਤਾਂ ਬਾਪ ਸੁੱਖ ਕੀ ਦਿੰਦੇ ਲੇਕਿਨ ਸੁੱਖ ਦਾ ਭੰਡਾਰ ਤੁਸੀਂ ਸਭ ਨੂੰ ਬਣਾ ਦਿੰਦੇ ਹੈ। ਸੁੱਖ ਦਾ ਭੰਡਾਰ ਹੋਣਾ ਪੂਰਾ ਸਟਾਕ ਹੈ ਜਾਂ ਇੱਕ ਕਮਰਾ 2 ਕਮਰਾ ਹੈ ਭੰਡਾਰ ਹੈ। ਜਿਵੇਂ ਬਾਪ ਸੁੱਖ ਦਾ ਸਾਗਰ ਹੈ, ਨਦੀ ਦਾ ਤਲਾਬ ਨਹੀਂ ਹੈ, ਸਾਗਰ ਹੈ, ਤਾਂ ਬੱਚਿਆਂ ਨੂੰ ਵੀ ਸੁੱਖ ਦੇ ਭੰਡਾਰ ਦਾ ਮਾਲਿਕ ਬਣਾ ਦਿੰਦਾ ਹੈ। ਕੋਈ ਸੁੱਖ ਦੀ ਕਮੀ ਹੈ ਕਿ ਕੋਈ ਅਪ੍ਰਾਪਤੀ ਹੈ ਕਿ फिर ये नहीं कहना कि थोड़ी जही शक्ति दे दो, वो दे दिता, दे दो कहण दी लोड़ ही नहीं है। बाप ने दिता है, सिर्फ उसनूं काम विच लियाउण दी विधि चाहिदी है अते विधि भी बाप द्वारा अनेक तरह की मिलती है। सिर्फ उसनूं समय प्रति समय काम विच लियाउंदे नहीं हो। इसलिए हुंदा होवे भी उसका लाभ नहीं ले सकते। किन्ना वड्डा भाग है अते किन्ना सौखा मिलिया है। कोई मेहनत कीती है कि एक लत्त ते खड़ा ते नहीं होना पिया ना। ਜਾਂ ਸੈਕਿੰਡ ਦੇ ਦਰਸ਼ਨ ਕਰਨ ਦੇ ਲਈ
ਕਿਉਂ ਵਿੱਚ ਖੜੇ ਹੋ? ਇਵੇਂ ਤੇ ਨਹੀਂ ਹੈ ਨਾ। ਆਰਾਮ ਨਾਲ ਬੈਠੇ ਹੋ ਨਾ। ਹੇਠਾਂ ਵੀ ਫੋਮ ਤੇ ਬੈਠੇ ਹੋ। ਆਰਾਮ ਨਾਲ ਹੀ ਸ੍ਰੇਸ਼ਟ ਸਹਿਜ ਭਾਗ ਬਣਾ ਰਹੇ ਹੋ। ਇਹ ਨਸ਼ਾ ਹੈ ਨਾ। ਸਾਰੇ ਨਸ਼ੇ ਨਾਲ ਕਹਿਣਗੇ ਕਿ ਭਾਗਯ ਵਿਦਾਤਾ ਸਾਡਾ ਹੈ। ਜਦ ਭਾਗਯ ਵਿਦਾਤਾ ਤੁਹਾਡਾ ਹੋ ਗਿਆ ਤਾਂ ਭਾਗ ਕਿਸ ਨੂੰ ਦੇਵੇਗਾ? ਭਾਗਯ ਵਿਦਾਤਾ ਨੂੰ ਆਪਣਾ ਬਣਾਇਆ, ਮਤਲਬ ਭਾਗ ਦੇ ਅਧਿਕਾਰ ਨੂੰ ਪ੍ਰਾਪਤ ਕਰ ਲਿਆ। ਜਿਸ ਨੂੰ ਨਸ਼ਾ ਹੈ ਉਹ ਸਦਾ ਇਹੀ ਅਨੁਭਵ ਕਰਦਾ ਹੈ ਕਿ ਭਾਗ ਮੇਰਾ ਨਹੀਂ ਹੋਵੇਗਾ ਤਾਂ ਕਿਸ ਦਾ ਹੋਵੇਗਾ, ਕਿਉਂਕਿ ਭਾਗਯ ਵਿਦਾਤਾ ਹੀ ਮੇਰਾ ਹੈ। ਇੰਨਾ ਨਸ਼ਾ ਹੈ ਜਾਂ ਕਦੇ ਕਦੇ ਚੜ੍ਹਦਾ ਹੈ, ਕਦੇ ਕਦੇ ਉਤਰਦਾ ਹੈ। ਸੰਗਮ ਦਾ ਸਮਾਂ ਹੀ ਕਿੰਨਾ ਛੋਟਾ ਜਿਹਾ ਹੈ ਅਤੇ ਤੁਸੀਂ ਮੈਜੋਰਿਟੀ ਤਾਂ ਸਾਰੇ ਨਵੇਂ ਹੋ। ਕਿੰਨਾ ਘੱਟ ਸਮਾਂ ਮਿਲਿਆ ਹੈ। ਲੇਕਿਨ ਡਰਾਮੇ ਵਿੱਚ ਵਿਸ਼ੇਸ਼ ਇਸ ਸੰਗਮ ਯੁੱਗ ਦੀ ਇਹ ਵਿਸ਼ੇਸ਼ਤਾ ਹੈ ਕਿ ਕੋਈ ਵੀ ਨਵਾਂ ਹੋਵੇ ਜਾਂ ਪੁਰਾਣਾ ਹੋਵੇ, ਨਵੇਂ ਨੂੰ ਵੀ ਗੋਲਡਨ ਚਾਂਸ ਹੈ ਨੰਬਰ ਅੱਗੇ ਲੈਣ ਦਾ। ਤਾਂ ਨਵਿਆਂ ਵਿੱਚ ਉਮੰਗ ਹੈ ਜਾਂ ਸਮਝਦੇ ਹੋ ਸਾਡੇ ਤੋਂ ਅੱਗੇ ਤਾਂ ਬਹੁਤ ਹੈ, ਅਸੀਂ ਤਾਂ ਆਏ ਹੀ ਹੁਣ ਹੈ? ਨਹੀਂ, ਇਹ ਖੁੱਲੀ ਛੁੱਟੀ ਹੈ। ਜਿੰਨਾ ਅੱਗੇ ਵਧਣਾ ਚਾਹੋ ਵੱਧ ਸਕਦੇ ਹੋ। ਸਿਰਫ ਅਭਿਆਸ ਤੇ ਟੈਨਸ਼ਨ ਹੋਵੇ। ਕੋਈ ਪੁਰਾਣੇ ਅਲਵਿਲੇ ਹੋ ਜਾਂਦੇ ਹੈ ਅਤੇ ਤੁਸੀਂ ਨਵੇਂ ਅਲਵਿਲੇ ਨਹੀਂ ਹੋਣਾ ਤਾਂ ਅੱਗੇ ਵੱਧ ਜਾਓਗੇ। ਨੰਬਰ ਲੈ ਲੈਣਗੇ। ਨੰਬਰ ਲੈਣਾ ਹੈ ਨਾ, ਫਸਟ ਨੰਬਰ ਨਹੀਂ, ਫਸਟ ਡਿਵੀਜ਼ਨ। ਫਸਟ ਨੰਬਰ ਤੇ ਬ੍ਰਹਮਾ ਭਾਵ ਨਿਸ਼ਚਿਤ ਹੋ ਗਿਆ ਹੈ ਨਾ। ਲੇਕਿਨ ਫਸਟ ਡਿਵੀਜ਼ਨ ਵਿੱਚ ਜਿੰਨਾ ਚਾਹਣਾ ਉਨਾ ਆ ਸਕਦੇ ਹੋ। ਤਾਂ ਸਾਰੇ ਕਿਸ ਡਿਵੀਜ਼ਨ ਵਿੱਚ ਆਓਗੇ? ਸਾਰੇ ਫਸਟ ਵਿੱਚ ਆਓਗੇ ਤਾਂ ਸੈਕੰਡ ਵਿੱਚ ਕੌਣ ਆਵੇਗਾ? ਮਾਤਾਵਾਂ ਕਿਸ ਵਿੱਚ ਆਉਣਗੀਆਂ? ਫਸਟ ਵਿੱਚ ਆਉਣਗੀਆਂ। ਬਹੁਤ ਅੱਛਾ, ਆਉਣਾ ਹੀ ਹੈ। ਇਹ ਦ੍ਰਿੜ ਨਿਸ਼ਚੈ ਭਾਗਯ ਨੂੰ ਨਿਸ਼ਚਿਤ ਕਰ ਦਿੰਦਾ ਹੈ। ਪਤਾ ਨਹੀਂ ਆਵਾਂਗੇ ਨਹੀਂ ਆਵਾਂਗੇ, ਪਤਾ ਨਹੀਂ ਅੱਗੇ ਚੱਲਾਂਗੇ, ਕੋਈ ਮਾਇਆ ਆ ਜਾਵੇ। ਮਾਇਆ ਬੜੀ ਚਤੁਰ ਹੈ। ਅਜਿਹਾ ਵਿਅਰਥ ਸੰਕਲਪ ਕਦੇ ਨਹੀਂ ਕਰਨਾ। ਜਦ ਸਰਵ ਸ਼ਕਤੀਵਾਨ ਨਾਲ ਹੈ ਤਾਂ ਮਾਇਆ ਦੇ ਉਸ ਦੇ ਅੱਗੇ ਪੇਪਰ ਟਾਈਗਰ ਹੈ। ਇਸ ਲਈ ਘਬਰਾਉਣਾ ਨਹੀਂ। ਪਤਾ ਨਹੀਂ ਦਾ ਸੰਕਲਪ ਕਦੇ ਨਹੀਂ ਕਰਨਾ। ਮਾਸਟਰ ਨੌਲੇਜਫੁਲ ਬਣਨਾ ਹੈ। ਕਰਮ ਕਰਦੇ ਚਲੋ। ਸਾਥ ਦਾ ਅਨੁਭਵ ਸਦਾ ਹੀ ਸਹਿਜ ਅਤੇ ਸੇਫ ਰੱਖਦਾ ਹੈ। ਸਾਥ ਭੁੱਲ ਜਾਂਦੇ ਹੋ ਤਾਂ ਮੁਸ਼ਕਿਲ ਹੋ ਜਾਂਦਾ ਹੈ, ਪਰ ਸਭ ਦਾ ਵਾਅਦਾ ਹੈ ਕਿ ਨਾਲ ਰਹਾਂਗੇ, ਨਾਲ ਚੱਲਾਂਗੇ। ਇਹੀ ਵਾਅਦਾ ਹੈ ਨਾ ਕਿ ਇਕੱਲੇ ਰਹਾਂਗੇ, ਇਕੱਲੇ ਜਾਵਾਂਗੇ। ਤਾਂ ਨਾਲ ਦਾ ਅਨੁਭਵ ਵਧਾਓ। ਜਾਣਦੇ ਹੋ ਕਿ ਨਾਲ ਹਾਂ, ਮੰਨਦੇ ਵੀ ਹੋ, ਲੇਕਿਨ ਫਰਕ ਕੀ ਪੈਂਦਾ ਹੈ? ਜਾਣਦੇ ਵੀ ਹੋ, ਮੰਨਦੇ ਵੀ ਹੋ, ਲੇਕਿਨ ਸਮੇਂ ਤੇ ਉਸ ਅਨੁਸਾਰ ਚੱਲਦੇ ਨਹੀਂ ਹੈ। ਮਾਇਆ ਦਾ ਫੋਰਸ ਇਹ ਜੋ ਕੋਰਸ ਹੈ ਉਸ ਨੂੰ ਭੁਲਾ ਦਿੰਦਾ ਹੈ। ਲੇਕਿਨ ਕੀ ਮਾਇਆ ਬਹੁਤ ਬਲਵਾਨ ਹੈ? ਉਹ ਬਲਵਾਨ ਹੈ ਜਾਂ ਤੁਸੀਂ ਬਲਵਾਨ? ਜਾਂ ਕਦੇ ਮਾਇਆ ਬਲਵਾਨ, ਕਦੇ ਤੁਸੀਂ ਬਲਵਾਨ? ਤੁਹਾਡੀ ਕਮਜ਼ੋਰੀ ਮਾਇਆ ਹੈ, ਹੋਰ ਕੁਝ ਹੈ ਨਹੀਂ। ਤੁਹਾਡੀ ਕਮਜ਼ੋਰੀ ਮਾਇਆ ਬਣ ਕੇ ਸਾਹਮਣੇ ਆਉਂਦੀ ਹੈ। ਜਿਵੇਂ ਸਰੀਰ ਦੀ ਕਮਜ਼ੋਰੀ ਬਿਮਾਰੀ ਬਣ ਕੇ ਸਾਹਮਣੇ ਆਉਂਦੀ ਹੈ, ਇਵੇਂ ਆਤਮਾ ਦੀ ਕਮਜ਼ੋਰੀ ਮਾਇਆ ਬਣ ਕਰਕੇ ਸਾਹਮਣਾ ਕਰਦੀ ਹੈ। ਤਾਂ ਨਾ ਕਮਜ਼ੋਰ ਬਣਨਾ ਹੈ, ਨਾ ਮਾਇਆ ਆਉਣੀ ਹੈ। ਲਕਸ਼ ਹੀ ਹੈ ਮਾਇਆ ਜਿੱਤ, ਜਗਤ ਜਿੱਤ। ਕਿੰਨੀ ਵਾਰੀ ਵਿਜੇਈ ਬਣੇ ਹੋ, ਅਣਗਿਣਤ ਵਾਰੀ, ਫਿਰ ਵੀ ਘਬਰਾ ਜਾਂਦੇ ਹੋ। ਕੋਈ ਨਵੀਂ ਗੱਲ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਨਵੀਂ ਗੱਲ ਸੀ ਨਾ, ਮੈਨੂੰ ਪਤਾ ਨਹੀਂ ਸੀ, ਇਸ ਲਈ ਘਬਰਾ ਗਏ। ਪਰ ਇੱਕ ਪਾਸੇ ਕਹਿੰਦੇ ਹੋ ਅਨੇਕ ਵਾਰੀ ਵਿਜੇਈ ਬਣੇ ਹਾਂ, ਫਿਰ ਕਿਉਂ ਘਬਰਾਉਂਦੇ ਹੋ? ਬਾਪ ਦਾ ਪਿਆਰ ਹੀ ਇਹ ਹੈ ਕਿ ਹਰ ਬੱਚਾ ਸ੍ਰੇਸ਼ਟ ਆਤਮਾ ਬਣ ਰਾਜ ਅਧਿਕਾਰੀ ਬਣੇ। ਪ੍ਰਜਾ ਅਧਿਕਾਰੀ ਤਾਂ ਨਹੀਂ ਬਣਿਆ ਹੈ ਨਾ। ਤਾਂ ਰਾਜ ਅਧਿਕਾਰੀ ਮਤਲਬ ਹਰ ਕਰਮ ਇੰਦਰੀਆਂ ਜਿੱਤ। ਜੇਕਰ ਆਪਣੀ ਕਰਮ ਇੰਦਰੀਆਂ ਦੇ ਉੱਪਰ, ਮਨ ਬੁੱਧੀ ਸੰਸਕਾਰ ਉੱਪਰ ਵਿਜੇ ਨਹੀਂ ਤਾਂ ਪ੍ਰਜਾ ਤੇ ਕੀ ਰਾਜ ਕਰੋਗੇ? ਜੇਕਰ ਅਜਿਹਾ ਰਾਜੇ ਬਣੇ ਜੋ ਆਪਣੇ ਉੱਪਰ ਵਿਜੇ ਨਹੀਂ ਪਾ ਸਕਦੇ ਤਾਂ ਸਤਯੁਗ ਵੀ ਕਲਯੁਗ ਬਣ ਜਾਵੇਗਾ। ਇਸ ਲਈ ਚੈੱਕ ਕਰੋ ਕਿ ਮਨ ਬੁੱਧੀ ਸੰਸਕਾਰ ਕੰਟਰੋਲ ਵਿੱਚ ਹੈ। ਮਨ ਤੁਹਾਨੂੰ ਚਲਾਉਂਦਾ ਹੈ ਜਾਂ ਤੁਸੀਂ ਮਨ ਨੂੰ ਚਲਾਉਣ ਵਾਲੇ ਹੋ। ਜਦ ਇਹ ਕੰਪਲੇਨ ਕਰਦੇ ਹੋ ਕਿ ਮੇਰਾ ਮਨ ਅੱਜ ਲੱਗਦਾ ਨਹੀਂ, ਮੇਰਾ ਮਨ ਅੱਜ ਭਟਕ ਰਿਹਾ ਹੈ, ਤਾਂ ਇਹ ਮਾਇਆ ਜਿੱਤ ਹੋਏ। ਅੱਜ ਮਨ ਉਦਾਸ ਹੈ, ਅੱਜ ਮਨ
ਹੋਰ ਆਕਰਸ਼ਣ ਦੇ ਵੱਲ ਜਾ ਰਿਹਾ ਹੈ। ਇਹ ਵਿਜੇਈ ਦੇ ਸੰਕਲਪ ਹੈ। ਤਾਂ ਜੋ ਖੁਦ ਦੇ ਵਿਜੇ ਨਹੀਂ ਪਾ ਸਕਦੇ, ਉਹ ਵਿਸ਼ਵ ਦੇ ਕਿਵੇਂ ਵਿਜੇ ਪ੍ਰਾਪਤ ਕਰਨਗੇ। ਇਸ ਲਈ ਚੈੱਕ ਕਰੋ ਕਰਮ ਇੰਦਰੀਆਂ ਜਿੱਤ, ਮਨ ਜਿੱਤ ਕਿੱਥੋਂ ਤੱਕ ਬਣੇ ਹੋ। ਜੇਕਰ ਫਸਟ ਡਿਵੀਜ਼ਨ ਵਿੱਚ ਆਉਣਾ ਹੈ ਤਾਂ ਇਸ ਲਕਸ਼ਣ ਨਾਲ ਲਕਸ਼ ਨੂੰ ਪ੍ਰਾਪਤ ਕਰ ਸਕਦੇ ਹੋ। ਬਾਪ ਦਾਦਾ ਨੇ ਵੇਖਿਆ ਕਿ ਬੱਚੇ ਉਮੰਗ ਉਤਸ਼ਾਹ ਵਿੱਚ ਰਹਿੰਦੇ ਹੈ। ਗਿਆਨ ਦੀ ਜੀਵਨ ਚੰਗੀ ਵੀ ਲੱਗਦੀ ਹੈ, ਗਿਆਨ ਸੁਣਨਾ ਸੁਣਾਉਣਾ ਉਸ ਵਿੱਚ ਵੀ ਚੰਗੇ ਅੱਗੇ ਵਧ ਰਹੇ ਹੈ। ਪਰ ਚਲਦੇ ਚਲਦੇ ਜੇਕਰ ਕਮਜ਼ੋਰੀ ਆਉਂਦੀ ਹੈ ਤਾਂ ਉਸ ਦਾ ਕਾਰਨ ਕੀ ਹੈ? ਵਿਸ਼ੇਸ਼ ਕਾਰਨ ਹੈ ਕਿ ਜੋ ਕਹਿੰਦੇ ਹੋ, ਜੋ ਸੁਣਦੇ ਹੋ, ਉਸ ਇੱਕ ਇੱਕ ਗੁਣ ਦਾ, ਸ਼ਕਤੀ ਦਾ, ਗਿਆਨ ਦੇ ਪੁਆਇੰਟਸ ਦਾ ਅਨੁਭਵ ਘੱਟ ਹੈ। ਜਿਵੇਂ ਸਾਰੇ ਦਿਨ ਵਿੱਚ ਖੁਦ ਵੀ ਜਾਂ ਦੂਸਰਿਆਂ ਨੂੰ ਵੀ ਕਿੰਨੀ ਵਾਰੀ ਕਹਿੰਦੇ ਹੋ ਮੈਂ ਆਤਮਾ ਹਾਂ, ਤੁਸੀਂ ਆਤਮਾ ਹੋ, ਸ਼ਾਂਤ ਸਵਰੂਪ ਹੋ, ਸੁਖ ਸਵਰੂਪ ਹੋ, ਕਿੰਨੀ ਵਾਰੀ ਖੁਦ ਵੀ ਸੋਚਦੇ ਹੋ ਅਤੇ ਦੂਜਿਆਂ ਨੂੰ ਵੀ ਕਹਿੰਦੇ ਹੋ, ਲੇਕਿਨ ਚਲਦੇ ਫਿਰਦੇ ਆਤਮਿਕ ਅਨੁਭੂਤੀ, ਗਿਆਨ ਸਵਰੂਪ, ਪ੍ਰੇਮ ਸਵਰੂਪ, ਸ਼ਾਂਤ ਸਵਰੂਪ ਦੀ ਅਨੁਭੂਤੀ ਉਹ ਘੱਟ ਹੁੰਦੀ ਹੈ। ਸੁਣਨਾ ਕਹਿਣਾ ਜ਼ਿਆਦਾ ਹੈ ਅਤੇ ਅਨੁਭੂਤੀ ਘੱਟ ਹੈ। ਲੇਕਿਨ ਸਭ ਤੋਂ ਵੱਡੀ ਅਥਾਰਟੀ ਅਨੁਭਵ ਦੀ ਹੁੰਦੀ ਹੈ। ਤਾਂ ਉਸ ਅਨੁਭਵ ਵਿੱਚ ਖੋ ਜਾਓ। ਜਦੋਂ ਕਹਿੰਦੇ ਹੋ ਸ਼ਾਂਤ ਸਵਰੂਪ, ਤਾਂ ਸਵਰੂਪ ਵਿੱਚ ਖੁਦ ਨੂੰ, ਦੂਸਰਿਆਂ ਨੂੰ ਸ਼ਾਂਤੀ ਦੀ ਅਨੁਭੂਤੀ ਹੋਏ। ਇੱਕ ਇੱਕ ਗੁਣ ਦਾ ਵਰਣਨ ਕਰਦੇ ਹੋ, ਸ਼ਕਤੀਆਂ ਦਾ ਵਰਣਨ ਕਰਦੇ ਹੋ, ਲੇਕਿਨ ਸ਼ਕਤੀ ਜਾਂ ਗੁਣ ਸਮੇਂ 'ਤੇ ਅਨੁਭਵ ਵਿੱਚ ਆਵੇ। ਕਈ ਤਾਂ ਬੋਲਦੇ ਵੀ ਰਹਿੰਦੇ ਹੈ ਕਿ ਸਹਿਨ ਸ਼ਕਤੀ ਧਾਰਨ ਕਰਨੀ ਚਾਹੀਦੀ ਹੈ, ਸਹਿਨਸ਼ੀਲਤਾ ਚੰਗੀ ਹੈ, ਪਰ ਅਨੁਭੂਤੀ ਨਹੀਂ ਹੁੰਦੀ। ਅਨੁਭੂਤੀ ਦੀ ਕਮੀ ਹੋਣ ਦੇ ਕਾਰਨ ਜਿੰਨਾ ਚਾਹੁੰਦੇ ਹੋ ਕਾਰਨ ਪਾਓ, ਕਾਰਨ ਉਨਾ ਪਾ ਨਹੀਂ ਸਕਦੇ। ਜੇਕਰ ਸਭ ਕੋਲੋਂ ਪੁੱਛੋ ਕਿ ਜਿੰਨਾ ਪੁਰਸ਼ਾਰਥ ਹੋਣਾ ਚਾਹੀਦਾ ਉਨਾ ਹੈ, ਤਾਂ ਥੋੜ੍ਹਾ ਜਾਂ ਕਹਿਣਗੇ ਜਿੰਨਾ ਮਿਲ ਰਿਹਾ ਹੈ ਉਨਾ ਜੀਵਨ ਵਿੱਚ ਅਤੇ ਕਰਮ ਵਿੱਚ ਅਨੁਭਵ ਹੋਵੇ। ਸਿਰਫ ਸੋਚਣ ਵਿੱਚ ਅਨੁਭਵ ਨਹੀਂ ਹੋਵੇ, ਪਰ ਚਲਣ ਵਿੱਚ, ਕਰਮ ਵਿੱਚ ਸ਼ਕਤੀਆਂ, ਗੁਣ ਖੁਦ ਨੂੰ ਅਨੁਭਵ ਹੋਵੇ, ਖੁਦ ਨੂੰ ਵੀ ਅਨੁਭਵ ਹੋਣ। ਕਹਿੰਦੇ ਵੀ ਹੋ ਕਿ ਗਿਆਨ ਸਵਰੂਪ ਹਾਂ, ਤਾਂ ਉਹ ਸਵਰੂਪ ਦਿਖਾਈ ਦੇਣਾ ਚਾਹੀਦਾ ਹੈ ਨਾ, ਅਤੇ ਸਵਰੂਪ ਸਦਾ ਹੁੰਦਾ ਹੈ, ਸਵਰੂਪ ਕਦੀ ਕਦੀ ਨਹੀਂ ਹੁੰਦਾ ਹੈ। ਅਗਿਆਨ ਕਾਲ ਦੀ ਜੀਵਨ ਵਿੱਚ ਜੇਕਰ ਕਿਸੇ ਦਾ ਕ੍ਰੋਧ ਸਵਰੂਪ ਹੁੰਦਾ ਹੈ ਤਾਂ ਜਦੋਂ ਕੋਈ ਗੱਲ ਹੋਵੇਗੀ ਤਾਂ ਉਹ ਸਵਰੂਪ ਦਿਖਾਈ ਦਿੰਦਾ ਹੈ, ਛਿਪਦਾ ਨਹੀਂ ਹੈ। ਭਾਵੇਂ ਕੋਈ ਛੋਟੀ ਗੱਲ ਹੋਵੇ ਜਾਂ ਵੱਡੀ ਗੱਲ ਹੋਵੇ, ਪਰ ਜਿਸ ਦਾ ਜੋ ਸਵਰੂਪ ਹੁੰਦਾ ਹੈ ਉਹ ਦਿਖਾਈ ਦਿੰਦਾ ਹੈ। ਖੁਦ ਨੂੰ ਵੀ ਅਨੁਭਵ ਹੁੰਦਾ ਹੈ ਅਤੇ ਦੂਸਰਿਆਂ ਨੂੰ ਵੀ ਅਨੁਭਵ ਹੁੰਦਾ ਹੈ ਕਿ ਕਹਿੰਦੇ ਹੈ ਇਹ ਹੈ ਹੀ ਕ੍ਰੋਧੀ, ਇਸ ਦਾ ਸੰਸਕਾਰ ਹੀ ਕ੍ਰੋਧ ਦਾ ਹੈ, ਤਾਂ ਸੰਸਕਾਰ ਦਿਖਾਈ ਦਿੰਦਾ ਹੈ ਨਾ। ਇਵੇਂ ਇਹ ਗਿਆਨ ਸਵਰੂਪ, ਸ਼ਾਂਤ ਸਵਰੂਪ, ਸੁਖ ਸਵਰੂਪ ਅਨੁਭਵ ਵਿੱਚ ਆਏ ਤਾਂ ਅਨੁਭਵੀ ਮੂਰਤ ਇਹ ਹੈ ਸ੍ਰੇਸ਼ਟ ਪੁਰਸ਼ਾਰਥ ਦੀ ਨਿਸ਼ਾਨੀ। ਤਾਂ ਅਨੁਭਵ ਵਧਾਓ, ਜੋ ਕਿਹਾ ਉਹ ਅਨੁਭਵ ਕੀਤਾ। ਜੇਕਰ ਅਨੁਭਵ ਨਹੀਂ ਹੁੰਦਾ ਹੈ ਤਾਂ ਉਸ ਦਾ ਕਾਰਨ ਇਹ ਹੈ ਕਿ ਜੋ ਸਮੇਂ ਪ੍ਰਤੀ ਸਮੇਂ ਵਿਧੀ ਮਿਲਦੀ ਹੈ ਉਸ ਵਿਧੀ ਦੇ ਉੱਪਰ ਅਟੈਂਸ਼ਨ ਘੱਟ ਹੈ। ਜਿੰਨਾ ਗਿਆਨ ਨੂੰ, ਸ਼ਕਤੀਆਂ ਨੂੰ, ਗੁਣਾਂ ਨੂੰ ਰਿਵਾਈਜ਼ ਕਰਦੇ ਰਹਿਣਗੇ ਨਾ ਤਾਂ ਰਿਲਾਈਜ਼ ਸਹਿਜ ਹੋਵੇਗਾ। ਰਿਵਾਈਜ਼ ਨਹੀਂ ਕਰਦੇ ਤਾਂ ਰਿਲਾਈਜੇਸ਼ਨ ਵੀ ਘੱਟ ਹੈ। ਸੁਣਾਇਆ ਬਹੁਤ ਚੰਗਾ, ਪਰ ਚਲਦੇ ਚਲਦੇ ਰਿਵਾਈਜ਼ ਹੋਣਾ ਚਾਹੀਦਾ ਹੈ। ਜਿਵੇਂ ਦੁਨੀਆ ਵਾਲੇ ਕਹਿੰਦੇ ਹੈ ਕਿ ਕਰਮ ਹੀ ਯੋਗ ਹੈ, ਕਰਮ ਤੇ ਯੋਗ ਵੱਖ ਨਹੀਂ ਮੰਨਦੇ ਹੈ, ਕਰਮ ਹੀ ਯੋਗ ਮੰਨਦੇ ਹੈ। ਕਰਮ ਨਾਲ ਯੋਗ ਲਗਾਉਣਾ, ਇਸ ਨੂੰ ਹੀ ਕਰਮ ਯੋਗ ਸਮਝਦੇ ਹੈ। ਪਰ ਕਰਮ ਅਤੇ ਯੋਗ ਦੋਵਾਂ ਦਾ ਬੈਲੈਂਸ ਚਾਹੀਦਾ ਹੈ। ਕਰਮ ਵਿੱਚ ਬਿਜੀ ਰਹਿਣਾ ਯੋਗ ਨਹੀਂ ਹੈ। ਕਰਮ ਕਰਦੇ ਯੋਗ ਦਾ ਜੌਹਰ ਹੋਣਾ ਚਾਹੀਦਾ ਹੈ। ਕਰਮ ਵਿੱਚ ਬਿਜੀ ਹੋ ਜਾਂਦੇ ਹੈ ਤਾਂ ਕਰਮ ਹੀ ਸ੍ਰੇਸ਼ਟ ਹੋ ਜਾਂਦਾ ਹੈ, ਯੋਗ ਕਿਨਾਰੇ ਹੋ ਜਾਂਦਾ ਹੈ। ਚਲਦੇ ਚਲਦੇ ਇਹ ਵੀ ਅਲਵੀਲਾਪਨ ਆਉਂਦਾ ਹੈ ਤਾਂ ਕਰਮ ਵਿੱਚ ਯੋਗ ਦਾ ਅਨੁਭਵ ਹੋਣਾ, ਇਸ ਨੂੰ ਕਿਹਾ ਜਾਂਦਾ ਹੈ ਕਰਮਯੋਗੀ। ਮੂਲ ਗੱਲ ਹੈ ਅਨੁਭਵੀ ਸਵਰੂਪ ਬਣੋ। ਇੱਕ ਇੱਕ ਗੁਣ ਦੇ ਅਨੁਭਵ ਵਿੱਚ ਖੋ ਜਾਓ, ਸ਼ਕਤੀ ਸਵਰੂਪ ਬਣ ਜਾਓ। ਤੁਹਾਡਾ ਸਵਰੂਪ ਤੋਂ ਸ਼ਕਤੀਆਂ ਵਿਖਾਈ ਦੇਣ। ਹੁਣ ਵੀ ਦੇਖੋ, ਜੇਕਰ ਕਿਸੇ ਵਿੱਚ ਵਿਸ਼ੇਸ਼ ਸ਼ਕਤੀ ਹੁੰਦੀ ਹੈ ਤਾਂ ਉਸ ਦੇ ਲਈ ਕਹਿੰਦੇ ਹੈ ਤਾਂ ਇਹ ਸਹਿਨਸ਼ੀਲ ਸਵਰੂਪ ਹੈ। ਇਸ ਵਿੱਚ ਸਮਾਉਣ ਦੀ ਸ਼ਕਤੀ ਬਹੁਤ ਦਿਖਾਈ ਦਿੰਦੀ ਹੈ ਤਾਂ ਕਿਸੇ ਵਿੱਚ ਘੱਟ ਦਿਖਾਈ ਦਿੰਦੀ ਹੈ, ਕਿਸੇ ਵਿੱਚ ਨਹੀਂ ਅਤੇ ਕਦੀ ਦਿਖਾਈ ਦਿੰਦੀ ਹੈ, ਕਦੀ ਨਹੀਂ। ਤਾਂ ਅਟੈਂਸ਼ਨ ਘੱਟ ਹੋਇਆ ਨਾ, ਤਾਂ ਹਰ ਸ਼ਕਤੀ, ਹਰ ਗੁਣ, ਹਰ ਗਿਆਨ ਦੀ ਪੁਆਇੰਟਸ ਤੁਹਾਡੇ ਸਵਰੂਪ ਵਿੱਚ ਅਨੁਭਵ ਕਰਨ ਅਤੇ
ਉਹ ਉਦੋਂ ਹੋਵੇਗਾ ਜਦੋਂ ਪਹਿਲੇ ਖੁਦ ਨੂੰ ਅਨੁਭਵ ਹੋਵੇਗਾ। ਜੇਕਰ ਖੁਦ ਅਨੁਭਵੀ ਹੋਵੋਗੇ ਤਾਂ ਦੂਸਰੇ ਨੂੰ ਉਸ ਨਾਲ ਖੁਦ ਹੀ ਅਨੁਭਵ ਹੋਵੇਗਾ, ਅਤੇ ਜਦੋਂ ਅਨੁਭਵ ਕਰਦੇ ਹੋ ਤਾਂ ਕਿੰਨੀ ਖੁਸ਼ੀ ਹੁੰਦੀ ਹੈ। ਇੱਕ ਸੈਕਿੰਡ ਦਾ ਵੀ ਜੇਕਰ ਕਿਸੇ ਗੁਣ ਜਾਂ ਸ਼ਕਤੀ ਦਾ ਅਨੁਭਵ ਹੁੰਦਾ ਹੈ ਤਾਂ ਕਿੰਨੀ ਖੁਸ਼ੀ ਵੱਧ ਜਾਂਦੀ ਹੈ, ਅਤੇ ਜਦੋਂ ਸਦਾ ਅਨੁਭਵੀ ਸਵਰੂਪ ਹੋਵਾਂਗੇ ਉਦੋਂ ਤਾਂ ਸਦਾ ਚਿਹਰੇ 'ਤੇ ਖੁਸ਼ੀ ਦੀ ਝਲਕ, ਖੁਸ਼ ਨਸੀਬ ਦੀ ਝਲਕ ਅਨੁਭਵ ਹੋਵੇਗੀ। ਤਾਂ ਅਨੁਭਵ ਨੂੰ ਵਧਾਓ, ਵਿਧੀ ਦੇ ਸਪਸ਼ਟ ਹੈ ਨਾ। ਚੰਗਾ, ਸਭ ਖੁਸ਼ ਨਸੀਬ ਤਾਂ ਹੋ ਹੀ, ਪਰ ਵਿਸ਼ੇਸ਼ ਖੁਸ਼ੀ ਮਨਾਉਣ ਆਏ ਹੋ ਤਾਂ ਸਭ ਨੂੰ ਖੁਸ਼ੀ ਮਿਲੀ ਹੈ। ਸਭ ਆਰਾਮ ਨਾਲ ਰਹੇ ਹੋਏ ਹੋ, ਮਨ ਆਰਾਮ ਵਿੱਚ ਹੈ ਤਾਂ ਤਨ ਨੂੰ ਆਰਾਮ ਮਿਲ ਹੀ ਜਾਂਦਾ ਹੈ। ਇਹ ਤਾਂ ਹੋਣਾ ਹੀ ਹੈ। ਜਿੰਨਾ ਸਥਾਨ ਵਧਾਉਣਗੇ ਉਨਾ ਘੱਟ ਹੋਣਾ ਹੀ ਹੈ। ਇਹ ਭਾਵੀ ਹੈ। ਉਸ ਨੂੰ ਕੀ ਕਰੋਗੇ? ਹੋਰ ਹੀ ਚੰਗਾ ਹੈ। ਰਿਹਾਸਲ ਹੋ ਜਾਂਦੀ ਹੈ। ਜਿੱਥੇ ਬਿਠਾਓ, ਜਿਵੇਂ ਸੁਲਾਓ, ਇਸ ਦੀ ਰਿਹਾਸਲ ਹੋ ਜਾਂਦੀ ਹੈ। ਤਾਂ ਪੱਟ ਵਿੱਚ ਸੋਣਾ ਚੰਗਾ ਹੈ। ਪਟਰਾਜਾ ਬਣ ਗਏ ਨਾ। ਸ਼ਾਸਤਰਾਂ ਵਿੱਚ ਤੇ ਪਟਰਾਣੀ ਅਤੇ ਪਟਰਾਜਾ ਦਾ ਬੜਾ ਗਾਇਨ ਹੈ। ਤੁਸੀਂ ਤਾਂ ਬਹੁਤ ਸਹਿਜ ਬਣ ਗਏ। ਕੋਈ ਤਕਲੀਫ ਹੈ? ਬਾਪ ਦਾਦਾ ਅਤੇ ਨਵਿਤ ਆਤਮਾਵਾਂ ਸੋਚਦੀਆਂ ਤਾਂ ਇਹ ਹੀ ਹੈ ਕਿ ਸਭ ਆਰਾਮ ਨਾਲ ਰਹਿਣ, ਪਰ ਜੇਕਰ ਜ਼ਿਆਦਾ ਸੰਖਿਆ ਵਿੱਚ ਆਰਾਮ ਲੱਗਦਾ ਹੈ ਤਾਂ ਖੁਸ਼ੀ ਦੀ ਗੱਲ ਹੈ। ਜਿੱਥੇ ਵੀ ਰਹੇ ਹੋਏ ਹੋ ਉੱਥੇ ਖੁਸ਼ ਹੋ, ਕੋਈ ਤਕਲੀਫ ਨਹੀਂ ਹੈ। ਹੋਰ ਬੁਲਾਵੇ, ਸਿਰਫ ਇੱਕ ਸੂਚਨਾ ਚਲੀ ਜਾਏ ਕਿ ਜੋ ਆਣਾ ਚਾਹੇ ਉਹ ਆ ਜਾਓ, ਤਾਂ ਕੀ ਕਰਨਾ ਪਵੇਗਾ? ਅਖੰਡ ਤਪੱਸਿਆ ਕਰਨੀ ਪਵੇਗੀ। ਖੁਸ਼ੀ ਦੀ ਖੁਰਾਕ ਖਾਓ ਅਤੇ ਅਖੰਡ ਯੋਗ ਕਰੋ, ਫਿਰ ਤਾਂ ਸਭ ਆ ਸਕਦੇ ਹੈ। ਕਰੋਗੇ, ਥੱਕ ਨਹੀਂ ਜਾਓਗੇ, ਭੁੱਖ ਨਹੀਂ ਲੱਗੇਗੀ। 7 ਦਿਨ ਨਹੀਂ ਖਾਓਗੇ, 7 ਦਿਨ ਖਾਣਾ ਨਹੀਂ ਮਿਲੇਗਾ। ਬਾਪ ਦਾਦਾ ਅਜਿਹਾ ਹੱਠ ਕਰਾਉਣਾ ਨਹੀਂ ਚਾਹੁੰਦੇ। ਸਹਿਜ ਜੋਗੀ ਹੋ ਨਾ। ਇਹ ਪਰਮਾਤਮ ਮਿਲਣ ਥੋੜਾ ਭਾਗਯ ਨਹੀਂ ਹੈ। ਇਹ ਪਰਮਾਤਮ ਮਿਲਣ ਦਾ ਸ੍ਰੇਸ਼ਟ ਭਾਗਯ ਕੋਟਾਂ ਵਿੱਚ ਕੋਈ ਤੁਹਾਨੂੰ ਆਤਮਾਵਾਂ ਨੂੰ ਹੀ ਮਿਲਦਾ ਹੈ। ਅੱਛਾ, ਮਿਲ ਲਿਆ ਹੈ ਨਾ। ਭਗਤੀ ਵਿੱਚ ਤੇ ਜੜ ਚਿੱਤਰ ਮਿਲਦਾ ਹੈ, ਅਤੇ ਇੱਥੇ ਚੈਤਨਿਆ ਵਿੱਚ ਬਾਪ ਬੱਚਿਆਂ ਨੂੰ ਮਿਲਦੇ ਵੀ ਹੈ, ਰੂਹ ਰਿਹਾਨ ਵੀ ਕਰਦੇ ਹੈ। ਤਾਂ ਇਹ ਭਾਗ ਵੀ ਕੋਈ ਘਟ ਨਹੀਂ ਹੈ। ਫਿਰ ਵੀ ਤੁਸੀਂ ਸਭ ਲੱਕੀ ਹੋ। ਸਮੇਂ ਦੀ ਗਤੀ ਬਦਲਦੀ ਜਾਂਦੀ ਹੈ। ਜੇਕਰ ਫਿਰ ਵੀ ਆਰਾਮ ਨਾਲ ਬੈਠ ਸੁਣ ਰਹੇ ਹੋ, ਅੱਗੇ ਚੱਲ ਕੇ ਬ੍ਰਿਧੀ ਹੋਵੇਗੀ ਤਾਂ ਬਦਲੇਗਾ ਨਾ। ਫਿਰ ਵੀ ਤੁਸੀਂ ਲੱਕੀ ਹੋ, ਕਿਉਂਕਿ ਟੂ ਲੇਟ ਤੇ ਟਾਈਮ ਤੇ ਨਹੀਂ ਆਏ ਹੋ, ਲੇਟ ਦੇ ਟਾਈਮ ਤੇ ਆਏ ਹੋ। ਤਾਂ ਸਭ ਖੁਸ਼ ਹੋ। ਅੱਛਾ, ਚਾਰੋਂ ਪਾਸੇ ਦੇ ਸਰਵ ਸ੍ਰੇਸ਼ਟ ਭਾਗਯ ਵਿਦਾਤਾ ਦੇ ਭਾਗਯਵਾਨ ਆਤਮਾਵਾਂ ਨੂੰ ਸਦਾ ਮਨ ਜਿੱਤ, ਜਗਤ ਜਿੱਤ ਤੇ ਨਿਸ਼ਚੈ ਅਤੇ ਨਸ਼ੇ ਵਿੱਚ ਰਹਿਣ ਵਾਲੇ, ਸਦਾ ਹਰ ਗੁਣ, ਸ਼ਕਤੀ ਅਤੇ ਗਿਆਨ ਦੇ ਅਨੁਭਵੀ ਆਤਮਾਵਾਂ, ਸਦਾ ਬਾਪ ਦੇ ਨਾਲ ਰੱਖਣ ਵਾਲੇ ਕੰਬਾਈਨਡ ਸਵਰੂਪ ਆਤਮਾਵਾਂ, ਸਦਾ ਸ੍ਰੇਸ਼ਟ ਭਾਗਯ ਦੀ ਲਕੀਰ ਨੂੰ ਸਹਿਜ ਸ੍ਰੇਸ਼ਟ ਬਣਾਉਣ ਵਾਲੇ, ਇਵੇਂ ਦੇ ਅਤੀ ਸਮੀਪ ਅਤੇ ਸ੍ਰੇਸ਼ਟ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ, ਪਿਆਰ ਅਤੇ ਨਮਸਤੇ। ਵਰਦਾਨ ਹੈ ਅੱਜ ਦਾ। ਬਾਣੀ ਅਤੇ ਮਨਸਾ ਦੋਵਾਂ ਨਾਲ ਇਕੱਠੀ ਸੇਵਾ ਕਰਨ ਵਾਲੇ ਸਹਿਜ ਸਫਲਤਾ ਮੂਰਤ ਭਵ। ਬਾਣੀ ਅਤੇ ਮਨਸਾ ਦੋਵਾਂ ਨਾਲ ਇਕੱਠੀ ਸੇਵਾ ਕਰਨ ਵਾਲੇ ਸਹਿਜ ਸਫਲਤਾ ਮੂਰਤ ਭਵ। ਆਜ ਬਾਬਾ ਆਖਦੇ ਨੇ, ਵਾਚਾ ਦੇ ਨਾਲ ਨਾਲ ਸੰਕਲਪ ਸ਼ਕਤੀ ਦੁਆਰਾ ਸੇਵਾ ਕਰਨਾ, ਇਹ ਵੀ ਪਾਵਰਫੁਲ ਅੰਤਿਮ ਸੇਵਾ ਹੈ। ਜਦੋਂ ਮਨਸਾ ਸੇਵਾ ਅਤੇ ਬਾਣੀ ਦੀ ਸੇਵਾ ਦੋਵਾਂ ਦਾ ਕੰਬਾਈਨਡ ਰੂਪ ਹੋਵੇਗਾ, ਉਦੋਂ ਸਹਿਜ ਸਫਲਤਾ ਹੋਵੇਗੀ। ਇਸ ਨਾਲ ਦੁੱਗਣੀ ਰਿਜ਼ਲਟ ਨਿਕਲੇਗੀ। ਬਾਣੀ ਦੀ ਸੇਵਾ ਕਰਨ ਵਾਲੇ ਤਾਂ ਥੋੜੇ ਹੀ ਹੈ, ਬਾਕੀ ਦੇਖ ਰੇਖ ਕਰਨ ਵਾਲੇ ਦੂਸਰੇ ਕੰਮ ਵਿੱਚ ਰਹਿੰਦੇ ਹੈ, ਉਹਨਾਂ ਨੂੰ ਮਨਸਾ ਸੇਵਾ ਕਰਨੀ ਚਾਹੀਦੀ ਹੈ। ਇਸ ਨਾਲ ਵਾਯੂਮੰਡਲ ਯੋਗ ਯੁਕਤ ਬਣਦਾ ਹੈ। ਹਰ ਇੱਕ ਸਮਝਦਾ ਹੈ ਤਾਂ ਵਾਤਾਵਰਣ ਵੀ ਪਾਵਰਫੁਲ ਹੋਵੇਗਾ ਅਤੇ ਸੇਵਾ ਵੀ ਡਬਲ ਹੋ ਜਾਏਗੀ। ਸਲੋਗਨ ਅੱਜ ਦਾ। ਸਦਾ ਇੱਕ ਰਸ ਸਥਿਤੀ ਦੇ ਆਸਣ ਤੇ ਵਿਰਾਜਮਾਨ ਰਹੋ ਤਾਂ ਅਚਲ ਅਡੋਲ ਰਹੋਗੇ। ਸਦਾ ਇੱਕ ਰਸ ਸਥਿਤੀ ਦੇ ਆਸਣ ਤੇ ਵਿਰਾਜਮਾਨ ਰਹੋ ਤਾਂ ਅਚਲ ਅਡੋਲ ਰਹੋਗੇ। ਚੰਗਾ, ਓਮ ਸ਼ਾਂਤੀ।